ਸਤਿ ਸ਼੍ਰੀ ਅਕਾਲ ਪਿਆਰੇ ਬੱਚਿਓ, ਸਵਾਗਤ ਹੈ ਤੁਹਾਡਾ ਇੱਕ ਵਾਰ ਫੇਰ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਡਿਸਕਸ ਕਰਾਂਗੇ ਜਮਾਤ 9ਵੀਂ ਲਈ ਮੈਥੇਮੈਟਿਕਸ ਵਿਸ਼ੇ ਦੇ ਕੁਝ ਮਹੱਤਵਪੂਰਨ ਕੁਐਸਚਨ, ਜਿਹੜੇ ਕਿ ਬੇਟਾ ਤੁਹਾਨੂੰ ਪੁੱਛੇ ਜਾਣਗੇ ਟਰਮ 1 ਐਗਜ਼ਾਮੀਨੇਸ਼ਨ, ਜਿਹੜੀ ਤੁਹਾਡੀ ਨਵੰਬਰ ਦਸੰਬਰ ਦੇ ਵਿੱਚ ਹੋਣੇ ਆ। ਜਿਹੜੇ ਟਰਮ 1 ਦੇ ਤੁਹਾਡੇ ਪੱਕੇ ਪੇਪਰ ਕਹਿ ਲਈ ਆਪਾਂ ਹੋਣੇ ਆ, ਉਸ ਵਿੱਚ ਕਿਹੋ ਜਿਹੇ ਕੁਐਸਚਨ ਤੁਹਾਨੂੰ ਪੁੱਛੇ ਜਾਣਗੇ, ਜਾਂ ਤੁਹਾਡੀ ਰਿਵੀਜ਼ਨ ਲਈ ਆਪਾਂ ਇੱਕ ਕੁਐਸਚਨ ਦਾ ਸੈੱਟ ਆ ਜਿਹੜਾ ਉਹ ਕਰਾਂਗੇ ਦੋ ਪਾਰਟਸ ਦੇ ਵਿੱਚ। ਤਾਂ ਅੱਜ ਆਪਾਂ ਪਹਿਲਾ ਪਾਰਟ ਕਰਾਂਗੇ, ਤਾਂ ਜਿਹੜੇ ਇਹਦੇ ਵਿੱਚ ਕੁਐਸਚਨ ਨੇ ਇਹਦੇ ਨਾਲ ਦੇ ਕੁਐਸਚਨ ਤੁਹਾਨੂੰ ਪੇਪਰ ਦੇ ਵਿੱਚ ਆਉਣਗੇ, ਮੇ ਵੀ ਇਹਨਾਂ ਦੇ ਵਿੱਚੋਂ ਵੀ ਕੁਝ ਕੁਐਸਚਨ ਤੁਹਾਨੂੰ ਰਿਪੀਟ ਹੋ ਸਕਦੇ ਆ। ਠੀਕ ਹੈ ਬੇਟਾ, ਤਾਂ ਤੁਸੀਂ ਅੱਜ ਦੀ ਵੀਡੀਓ ਨੂੰ ਬੜੇ ਧਿਆਨ ਨਾਲ ਸਮਝਣਾ ਹੈ। ਠੀਕ ਹੈ ਜੀ, ਕਰੀਏ ਸਟਾਰਟ ਆਪਾਂ। ਚਲੋ, ਪਹਿਲਾ ਕੁਐਸਚਨ ਹੈ ਸਾਡਾ 35/100 ਦਾ ਦਸ਼ਮਲਵ ਰੂਪ ਕਿਹੋ ਜਿਹਾ ਹੋਵੇਗਾ। The decimal form of 35/100 is equal to, ਤਾਂ ਕੀ ਲਿਖਿਆ ਬੇਟਾ ਇੱਥੇ 35/100 35/100 ਕਿੰਨੀਆਂ ਜ਼ੀਰੋਜ਼ ਨੇ? 2। ਤਾਂ ਅਸੀਂ ਪਿਛਲੇ ਪਾਸੋਂ 2 ਛੱਡ ਕੇ ਕੀ ਲਾ ਦਾਂਗੇ? ਡੈਸੀਮਲ ਲਾ ਦਾਂਗੇ, ਦਸ਼ਮਲਵ ਲਾ ਦਾਂਗੇ। ਤਾਂ ਇਹਦਾ ਜਿਹੜਾ ਡੈਸੀਮਲ ਫਾਰਮ ਬਣੂਗਾ, ਦਸ਼ਮਲਵ ਰੂਪ ਬਣੂਗਾ, ਉਹ ਕਿੰਨਾ ਬਣੂਗਾ? 0.35। ਠੀਕ ਹੈ, ਮਤਲਬ ਸੀ ਆਪਸ਼ਨ ਹੈ ਜਿਹੜੀ ਸਾਡੀ ਇਹਦੇ ਲਈ ਸਹੀ ਆਊਗੀ। ਨੈਕਸਟ ਕੁਐਸਚਨ 1/7 ਦੇ ਹਰ ਦਾ ਪ੍ਰਮੇਯੀਕਰਨ ਕਰਨ 'ਤੇ ਸਾਨੂੰ ਪ੍ਰਾਪਤ ਹੁੰਦਾ ਹੈ। ਔਨ ਰੈਸ਼ਨਲਾਈਜ਼ਿੰਗ ਦਾ ਡਿਨੋਮੀਨੇਟਰ ਆਫ 1/7 ਵੀ ਗੈਟ, ਤਾਂ ਆਪਾਂ ਹਰ ਦਾ ਪ੍ਰਮੇਯੀਕਰਨ ਕਰਨਾ, ਰੈਸ਼ਨਲਾਈਜੇਸ਼ਨ ਕਰਨੀ ਹੈ। ਤਾਂ ਸਾਨੂੰ ਪਤਾ ਵੀ √7 ਨੂੰ √7 ਉੱਪਰ ਨੀਚੇ ਮਲਟੀਪਲਾਈ ਕਰ ਦਾਂਗੇ ਅਸੀਂ, ਤਾਂ ਉੱਪਰ ਬਣ ਜਾਏਗਾ √7, ਨੀਚੇ √7 ਨੂੰ √7 ਨਾਲ ਮਲਟੀਪਲਾਈ ਕੀਤਾ ਤਾਂ ਕਿੰਨਾ ਬਣ ਜਾਏਗਾ? 7। ਮਤਲਬ ਉੱਪਰ ਬਣ ਗਿਆ ਵਰਗਮੂਲ 7, ਨੀਚੇ ਬਣ ਗਿਆ 7। ਤਾਂ ਇਹਦਾ ਜਿਹੜਾ ਹਰ ਦਾ ਪ੍ਰਮੇਯੀਕਰਨ ਰੂਪ ਹੈ, ਠੀਕ ਹੈ, ਤਾਂ ਸਾਨੂੰ ਕੀ ਪ੍ਰਾਪਤ ਹੋਏਗਾ? ਵਰਗਮੂਲ 7/7, √7/7। 64 ਦੀ ਪਾਵਰ 1/2 ਦਾ ਮੁੱਲ, ਦਾ ਵੈਲਿਊ ਆਫ 64 ਪਾਵਰ 1/2 ਇਜ਼ 64 ਦੀ ਪਾਵਰ 1/2, 64 ਦੀ ਪਾਵਰ 1/2। 64 ਨੂੰ ਅਸੀਂ ਕੀ ਲਿਖ ਸਕਦੇ ਹਾਂ? 8 × 8। ਠੀਕ ਹੈ, 8 × 8 ਦੀ ਪਾਵਰ 1/2, ਕਿਉਂਕਿ 8 8 64 ਹੁੰਦੇ ਆ। 8 ਨੂੰ 8 ਦੀ ਪਾਵਰ ਕਿੰਨੀ ਹੋ ਗਈ? 2। ਇਹਦੇ ਉੱਪਰ ਪਾਵਰ ਕਿੰਨੀ ਹੋ ਗਈ? 1/2। ਤਾਂ 2 ਨਾਲ 2 ਕੈਂਸਲ, ਮਤਲਬ 8 ਦੀ ਪਾਵਰ 1 ਰਹਿ ਗਿਆ, ਜਾਂ ਅਸੀਂ ਕਹਿ ਲਈਏ 8 ਰਹਿ ਗਿਆ। ਠੀਕ ਹੈ, 64 ਨੂੰ ਅਸੀਂ 8 × 8 ਲਿਖ ਸਕਦੇ ਹਾਂ। ਇਹਨੂੰ ਲਿਖ ਸਕਦੇ ਹਾਂ ਅਸੀਂ 8 ਸਕੇਅਰ। ਸਕੇਅਰ ਨਾਲ ਸਕੇਅਰ ਰੂਟ ਆ ਜਿਹੜਾ ਕੈਂਸਲ ਹੋ ਜਾਏਗਾ, ਤਾਂ ਆਪਣੇ ਕੋਲ ਸਿੰਪਲ ਕੀ ਬਚ ਜਾਏਗਾ? 8। ਤਾਂ ਆਪਣੇ ਕੋਲ ਕੱਟ ਕੇ ਕੀ ਬਚ ਗਿਆ ਬੇਟਾ? 8 ਬਚ ਗਿਆ। ਠੀਕ ਹੈ, ਨੈਕਸਟ ਕੁਐਸਚਨ ਇਹ ਵਾਲਾ, ਵਿੱਚ ਆਪਾਂ ਨੂੰ 3 ਦਿੱਤਾ ਹੋਇਆ। ਦਾ ਘਾਤ ਅੰਕ ਰੂਪ ਐਕਸਪੋਨੈਂਟ ਫਾਰਮ ਆਫ, ਤਾਂ ਜੇ ਇਹਦੇ ਵਿੱਚ ਜੇ ਸਿੱਧਾ ਹੀ ਲਿਖਿਆ ਹੁੰਦਾ ਐਵੇਂ, ਤਾਂ ਇਹਨੂੰ ਅਸੀਂ ਕੀ ਬੋਲਦੇ ਹਾਂ? ਸਕੇਅਰ ਰੂਟ, ਵਰਗਮੂਲ। ਪਰ ਜੇ ਇਹ ਐਵੇਂ ਲਿਖਿਆ ਹੋਇਆ, ਵਿੱਚ 3 ਲਿਖਿਆ ਹੋਇਆ, ਤਾਂ ਇਹਨੂੰ ਅਸੀਂ ਘਣ ਮੂਲ ਬੋਲਦੇ ਹਾਂ। ਠੀਕ ਹੈ, ਕਿਊਬ ਰੂਟ, ਤਾਂ ਅਸੀਂ ਇਹਨੂੰ ਕਿਵੇਂ ਲਿਖਦੇ ਹੁੰਦੇ ਹਾਂ? 7 ਦੀ ਪਾਵਰ 1/3। ਜਿਹੜੀ ਸਕੇਅਰ ਰੂਟ ਹੁੰਦਾ ਉਹ ਹੁੰਦਾ 7 ਦੀ ਪਾਵਰ 1/2। ਠੀਕ ਹੈ, ਜਿਹੜਾ ਵਰਗਮੂਲ ਆ ਉਹ 1/2 ਪਾਵਰ ਹੁੰਦੀ ਹੈ, ਜਿਹੜਾ ਘਣ ਮੂਲ ਹੁੰਦਾ 1/3 ਪਾਵਰ ਹੁੰਦੀ ਹੈ। ਤਾਂ ਥਰਡ ਆਪਸ਼ਨ ਸਾਡੀ ਇਹਦੇ ਲਈ ਸਹੀ ਆਊਗੀ। ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਸਹੀ ਹੈ? ਹਰੇਕ ਪੂਰਨ ਸੰਖਿਆ ਇੱਕ ਪ੍ਰਾਕ੍ਰਿਤਿਕ ਸੰਖਿਆ ਹੁੰਦੀ ਹੈ। ਐਵਰੀ ਹੋਲ ਨੰਬਰ ਇਜ਼ ਆ ਨੈਚੁਰਲ ਨੰਬਰ, ਇਹ ਗਲਤ ਹੈ, ਕਿਉਂਕਿ 0 ਇੱਕ ਹੋਲ ਨੰਬਰ ਹੈ, ਇੱਕ ਪੂਰਨ ਸੰਖਿਆ ਹੈ, ਪਰ ਪ੍ਰਾਕ੍ਰਿਤਿਕ ਸੰਖਿਆ ਨਹੀਂ ਹੈ। ਇਹ ਪਹਿਲੀ ਸਟੇਟਮੈਂਟ ਗਲਤ ਹੈ। ਦੂਸਰਾ, ਹਰੇਕ ਸੰਪੂਰਨ ਸੰਖਿਆ ਇੱਕ ਪੂਰਨ ਸੰਖਿਆ ਹੁੰਦੀ ਹੈ। ਹੁਣ ਸੰਪੂਰਨ ਸੰਖਿਆ ਜੇ ਅਸੀਂ -1 ਲੈ ਲਈਏ ਤਾਂ ਉਹ ਪੂਰਨ ਸੰਖਿਆ ਨਹੀਂ ਹੈਗੀ, ਕਿਉਂਕਿ ਪੂਰਨ ਸੰਖਿਆਵਾਂ 0 ਤੋਂ ਸ਼ੁਰੂ ਹੁੰਦੀਆਂ। ਠੀਕ ਹੈ, ਇੰਟੀਜਰ ਆ ਜਿਹੜਾ ਹੋਲ ਨੰਬਰ ਨਹੀਂ ਹੈਗਾ। ਹਰੇਕ ਪ੍ਰਮੇਯ ਸੰਖਿਆ ਇੱਕ ਸੰਪੂਰਨ ਸੰਖਿਆ ਹੁੰਦੀ ਹੈ। ਪ੍ਰਮੇਯ ਸੰਖਿਆ ਜਿਹਨੂੰ ਅਸੀਂ 1/2 p/q ਦੀ ਫਾਰਮ 'ਚ ਲਿਖ ਸਕਦੇ ਹਾਂ, ਕਹਿੰਦੇ ਸੰਪੂਰਨ ਹੁੰਦੀ ਹੈ। ਜੇ ਅਸੀਂ 1/2 ਲਿਖ ਲਈਏ ਤਾਂ ਇਹ ਸੰਪੂਰਨ ਨਹੀਂ ਹੈ, ਮਤਲਬ ਐਵਰੀ ਰੈਸ਼ਨਲ ਨੰਬਰ ਇਜ਼ ਨਾਟ ਐਨ ਇੰਟੀਜਰ, ਇਹ ਵੀ ਸਹੀ ਨਹੀਂ ਹੈ। ਲਾਸਟ ਆਪਸ਼ਨ ਦੇਖੋ ਸਾਡੀ, ਹਰੇਕ ਸੰਪੂਰਨ ਸੰਖਿਆ ਇੱਕ ਪ੍ਰਮੇਯ ਸੰਖਿਆ ਹੁੰਦੀ ਹੈ। ਐਵਰੀ ਇੰਟੀਜਰ ਇਜ਼ ਐਨ ਰੈਸ਼ਨਲ ਨੰਬਰ, ਕੋਈ ਵੀ ਸੰਪੂਰਨ ਸੰਖਿਆ ਅਸੀਂ ਲੈ ਲਈਏ, ਮੰਨ ਲਓ -5 ਲੈ ਲਈਏ, ਤਾਂ ਇਸ ਨੂੰ ਅਸੀਂ ਨੀਚੇ 1 ਲਗਾ ਕੇ p/q ਰੂਪ 'ਚ ਲਿਖ ਸਕਦੇ ਹਾਂ। ਠੀਕ ਹੈ, ਤਾਂ ਅਸੀਂ ਇਹਨੂੰ ਕਿਹੜੇ ਨੰਬਰ ਬਣਾ ਲੈਂਦੇ ਹਾਂ? ਇਸ p/q ਫਾਰਮ 'ਚ ਲਿਖ ਕੇ ਰੈਸ਼ਨਲ ਨੰਬਰ। ਠੀਕ ਹੈ, ਜਦੋਂ ਅਸੀਂ ਕਿਸੇ ਵੀ ਸੰਖਿਆ ਨੂੰ p/q ਫਾਰਮ 'ਚ ਲਿਖਦੇ ਹਾਂ ਤਾਂ ਉਹ ਪ੍ਰਮੇਯ ਸੰਖਿਆ ਬਣ ਜਾਂਦੀ ਹੈ। ਇਸ ਕਰਕੇ ਐਵਰੀ ਇੰਟੀਜਰ ਇਜ਼ ਦਾ ਰੈਸ਼ਨਲ ਨੰਬਰ, ਹਰੇਕ ਸੰਪੂਰਨ ਸੰਖਿਆ ਇੱਕ ਪ੍ਰਮੇਯ ਸੰਖਿਆ ਹੁੰਦੀ ਹੈ। ਲਾਸਟ ਆਪਸ਼ਨ ਸਾਡੀ ਸਹੀ ਹੋਊਗੀ।
ਇੱਕ ਵਟਾ ਏ ਪਲੱਸ ਵਰਗਮੂਲ ਵੀ ਦੇ ਹਰ ਦਾ ਪ੍ਰਮੇਯੀਕਰਨ ਕਰਨ ਲਈ ਅਸੀਂ ਇਸ ਨੂੰ ਗੁਣਾ ਕਰਾਂਗੇ। ਟੂ ਰੈਸ਼ਨਲਾਈਜ਼ ਦਾ ਡਿਨੋਮੀਨੇਟਰ ਆਫ 1 ਬਾਈ ਏ ਪਲੱਸ ਰੂਟ ਬੀ ਵੀ ਮਲਟੀਪਲਾਈ ਦਿਸ ਵਾਈ। ਅਗਰ ਅਸੀਂ ਇਸ ਦਾ ਰੈਸ਼ਨਲਾਈਜੇਸ਼ਨ ਕਰਨਾ, ਹਰ ਦਾ ਪ੍ਰਮੇਯੀਕਰਨ ਕਰਨਾ, ਤਾਂ ਅਸੀਂ ਕੀ ਕਰਦੇ ਹੁੰਦੇ ਹਾਂ, ਜਿਹੜਾ ਵਿਚਕਾਰ ਵਾਲਾ ਉਹਦਾ ਸਾਈਨ ਕੀ ਕਰਦੇ ਹਾਂ, ਚੇਂਜ, ਉਹਦੀ ਨਿਸ਼ਾਨੀ ਬਦਲ ਕੇ ਉੱਪਰ ਨੀਚੇ ਮਲਟੀਪਲਾਈ ਕਰਦੇ ਹਾਂ। ਅਤੇ ਅਸੀਂ ਇਹਨੂੰ ਮਲਟੀਪਲਾਈ ਕਰਾਂਗੇ ਏ ਮਾਈਨਸ ਰੂਟ ਬੀ, ਏ ਮਾਈਨਸ ਵਰਗਮੂਲ ਬੀ, ਏ ਮਾਈਨਸ ਵਰਗਮੂਲ ਬੀ, ਮਤਲਬ ਸੀ ਆਪਸ਼ਨ ਜਿਹੜੀ ਸਾਡੀ ਇਹਦੇ ਲਈ ਸੀ ਆਊਗੀ। ਇਹਦੇ ਨਾਲ ਮਲਟੀਪਲਾਈ ਅਸੀਂ ਕਰਾਂਗੇ। ਮੋਸਟ ਇੰਪੋਰਟੈਂਟ ਕੁਐਸਚਨ ਆ ਬੇਟਾ 7th ਕੁਐਸਚਨ। ਰੂਟ 3 ਅਤੇ ਰੂਟ 5 ਦੇ ਵਿਚਕਾਰ ਪ੍ਰਮੇਯ ਸੰਖਿਆਵਾਂ ਦੀ ਗਿਣਤੀ। ਵਰਗਮੂਲ 3 ਅਤੇ ਵਰਗਮੂਲ 5 ਵਿਚਕਾਰ ਕਿੰਨੀਆਂ ਪ੍ਰਮੇਯ ਸੰਖਿਆਵਾਂ ਨੇ? ਦਾ ਨੰਬਰ ਆਫ ਰੈਸ਼ਨਲ ਨੰਬਰ ਬਿਟਵੀਨ √3 ਐਂਡ √5। ਤਾਂ ਇਹਦੇ ਲਈ ਤੁਸੀਂ ਆਨਸਰ ਦੇਣਾ ਇਨਫਾਈਨਾਈਟਲੀ ਮੈਨੀ, ਅਣਗਿਣਤ। ਕੋਈ ਵੀ ਤੁਹਾਨੂੰ 2 ਅੰਕ ਦੇ ਦੇਣ ਤਾਂ ਤੁਹਾਨੂੰ ਉਹਨਾਂ ਵਿਚਕਾਰ ਪ੍ਰਮੇਯ ਸੰਖਿਆਵਾਂ ਪੁੱਛਣ ਤਾਂ ਉਹਦੇ ਲਈ ਤੁਸੀਂ ਜਵਾਬ ਕੀ ਦੇਣਾ? ਅਨੰਤ ਦੇਣਾ, ਅਣਗਿਣਤ ਦੇਣਾ, ਇਨਫਾਈਨਾਈਟ ਦੇਣਾ। ਠੀਕ ਹੈ ਬੇਟਾ, ਕੋਈ ਵੀ ਹੋਣ, ਕੋਈ ਵੀ 2 ਅੰਕਾਂ ਵਿਚਕਾਰ ਅਗਰ ਆਪਾਂ ਨੂੰ ਪ੍ਰਮੇਯ ਸੰਖਿਆਵਾਂ ਦੀ ਗਿਣਤੀ ਪੁੱਛਦੇ ਆ ਤਾਂ ਉਹਦੇ ਲਈ ਅਸੀਂ ਇਨਫਾਈਨਾਈਟ ਆਨਸਰ ਦੇਵਾਂਗੇ, ਅਣਗਿਣਤ। ਨੈਕਸਟ 8ਵਾਂ, n ਦੀ ਕੀਮਤ ਕਿਸ ਲਈ ਵਰਗਮੂਲ n ਇੱਕ ਪ੍ਰਮੇਯ ਸੰਖਿਆ ਹੈ? ਦਾ ਵੈਲਿਊ ਆਫ n ਫॉर ਵਿਚ ਰੂਟ n ਵੀ ਆ ਰੈਸ਼ਨਲ ਨੰਬਰ। ਤਾਂ ਕਿਸ ਲਈ ਹੈ ਬੇਟਾ? 4 ਲਈ, 4 ਲਈ, ਕਿਉਂਕਿ ਜੇ ਅਸੀਂ 4 ਦਾ ਰੂਟ ਕਰਾਂਗੇ, ਵਰਗਮੂਲ ਕੱਢਾਂਗੇ ਤਾਂ 2 ਆਊ, ਉਹਨੂੰ ਅਸੀਂ 2/1 ਲਿਖ ਸਕਦੇ ਹਾਂ, ਮਤਲਬ p/q ਫਾਰਮ 'ਚ ਲਿਖ ਸਕਦੇ ਹਾਂ, ਮਤਲਬ ਕਿ ਬਣ ਜੂ ਇਹ ਪ੍ਰਮੇਯ ਸੰਖਿਆ ਬਣ ਜੂਗੀ, ਰੈਸ਼ਨਲ ਨੰਬਰ ਬਣ ਜੂਗਾ। ਠੀਕ ਹੈ, ਬਾਕੀ ਕਿਸ ਦੇ ਵਿੱਚ ਨਹੀਂ ਬਣੂਗਾ। ਤਾਂ ਦੂਸਰੀ ਆਪਸ਼ਨ ਸਾਡੀ ਆ ਜਾਏਗੀ 4, 4 ਆਪਸ਼ਨ ਸਹੀ ਆ ਜੂਗੀ। ਨੈਕਸਟ, ਜੇਕਰ ਵਰਗਮੂਲ 10 ਬਰਾਬਰ 3.162 ਤਾਂ 1 ਵਰਗਮੂਲ 10 ਦਾ ਮੁੱਲ ਕੀ ਹੋਏਗਾ? ਇਫ ਰੂਟ 10 ਇਜ਼ ਇਕੁਅਲ ਟੂ 3.162 ਦੈਨ ਦਾ ਵੈਲਿਊ ਆਫ 1/√10 ਇਜ਼। ਤਾਂ 1/√10 ਨੂੰ ਪਹਿਲਾਂ ਅਸੀਂ ਸਿੰਪਲੀਫਾਈ ਕਰ ਲੈਂਦੇ ਹਾਂ, ਮਤਲਬ ਉਹਦੇ ਹਰ ਦਾ ਪ੍ਰਮੇਯੀਕਰਨ ਕਰ ਦਿਓ, ਰੈਸ਼ਨਲਾਈਜ਼ ਕਰ ਦਿਓ ਡਿਨੋਮੀਨੇਟਰ ਨੂੰ, ਤਾਂ ਇਹ ਬਣ ਜੂਗਾ √10/10। ਵਰਗਮੂਲ 10 ਨੂੰ ਵਰਗਮੂਲ 10 ਨਾਲ ਕੀਤੀ, ਵਰਗਮੂਲ 10 ਨੂੰ ਵਰਗਮੂਲ 10 ਨਾਲ ਗੁਣਾ ਕੀਤੀ, 10 ਬਣ ਜੂਗਾ। ਮਤਲਬ ਜਿਹੜਾ ਸਾਡੇ ਕੋਲ √10 ਦਿੱਤਾ ਉਹਨੂੰ ਅਸੀਂ 10 ਨਾਲ ਮਲਟੀਪਲਾਈ ਕਰਕੇ ਇਸ ਦੀ ਵੈਲਿਊ ਹੈ ਜਿਹੜੀ ਉਹ ਕੱਢ ਸਕਦੇ ਹਾਂ, ਅਤੇ 1/√10 ਦੀ ਵੈਲਿਊ ਕੱਢ ਸਕਦੇ ਹਾਂ। ਤਾਂ ਉਹ ਕਿੰਨਾ ਦਿੱਤਾ ਆਪਾਂ ਨੂੰ? 3.162। ਇਹਨੂੰ ਅਸੀਂ 10 ਨਾਲ ਹੋਰ ਮਲਟੀਪਲਾਈ ਕਰਨਾ, ਤਾਂ 1 ਡੈਸੀਮਲ ਆ ਜਿਹੜਾ ਹੋਰ ਅੱਗੇ ਚਲਾ ਜਾਏਗਾ, ਮਤਲਬ ਇਹਦੀ ਵੈਲਿਊ ਕਿੰਨੀ ਆ ਜਾਏਗੀ? 0.3162, 0.3162। 1 ਡੈਸੀਮਲ ਆ ਜਿਹੜਾ ਹੋਰ ਅੱਗੇ ਚਲਾ ਜਾਏਗਾ, 3 ਤੋਂ ਅੱਗੇ ਆ ਜਾਏਗਾ, ਤਾਂ ਇਸ ਲਈ ਸਹੀ ਆਪਸ਼ਨ ਕੀ ਆ ਜਾਏਗੀ? 0.3162, ਫਸਟ ਆਪਸ਼ਨ। ਨੈਕਸਟ, ਕਿਸੇ ਪ੍ਰਮੇਯ ਸੰਖਿਆ ਨੂੰ p/q ਦੇ ਰੂਪ ਵਿੱਚ ਦਰਸਾਉਂਦੇ ਹਾਂ ਤਾਂ ਇਸ ਲਈ ਜ਼ਰੂਰੀ ਸ਼ਰਤ ਕਿਹੜੀ ਹੈ? ਵਾਟ ਇਜ਼ ਦਾ ਕੰਡੀਸ਼ਨ ਫॉर ਵਿਚ p/q ਰੀਪ੍ਰਜੈਂਟ ਆ ਰੈਸ਼ਨਲ ਨੰਬਰ? ਇਹ ਆਪਾਂ 8ਵੀਂ 'ਚ ਵੀ ਕਰਦੇ ਸੀ, ਕਲਾਸ 8 ਦੇ ਵਿੱਚ ਵੀ ਅਸੀਂ ਪ੍ਰਮੇਯ ਸੰਖਿਆ ਕਦੋਂ ਕਹਿੰਦੇ ਹਾਂ? ਵੀ ਜਦੋਂ ਅਸੀਂ ਇਹਨੂੰ p/q ਦੇ ਵਿੱਚ ਲਿਖਦੇ ਹਾਂ ਅਤੇ q ਸਾਡਾ 0 ਨਹੀਂ ਹੋਣਾ ਚਾਹੀਦਾ। ਠੀਕ ਹੈ, ਦਾ ਨੰਬਰ ਕੈਨ ਬੀ ਰਿਟਨ ਐਜ਼ p/q। ਠੀਕ ਹੈ, ਦਾ ਨੰਬਰ ਕੈਨ ਬੀ ਰਿਟਨ ਐਜ਼ p/q ਸਚ ਦੈਟ q ਨਾਟ ਇਕੁਅਲ ਟੂ 0। ਜਾਂ ਅਸੀਂ ਕਹਿੰਦੇ ਹਾਂ ਵੀ ਡਿਨੋਮੀਨੇਟਰ ਨਾਟ ਇਕੁਅਲ ਟੂ 0, ਤਾਂ ਉਸ ਕੇਸ ਦੇ ਵਿੱਚ ਅਸੀਂ ਉਸ ਨੂੰ ਰੈਸ਼ਨਲ ਨੰਬਰ ਬੋਲਦੇ ਹਾਂ, ਪ੍ਰਮੇਯ ਸੰਖਿਆ ਬੋਲਦੇ ਹਾਂ। ਤਾਂ ਪਹਿਲੀ ਆਪਸ਼ਨ ਸਾਡੀ ਸਹੀ ਆ ਜੂਗੀ। ਕੋਈ ਵੀ ਪ੍ਰਮੇਯ ਸੰਖਿਆ ਉਹ ਹੁੰਦੀ ਹੈ, ਉਸ ਸੰਖਿਆ ਨੂੰ ਅਸੀਂ ਪ੍ਰਮੇਯ ਸੰਖਿਆ ਬੋਲਦੇ ਹਾਂ ਜਿਸ ਨੂੰ ਅਸੀਂ p/q ਰੂਪ ਵਿੱਚ ਲਿਖਦੇ ਹਾਂ, ਪਰ q 0 ਨਹੀਂ ਹੋਣਾ ਚਾਹੀਦਾ। ਠੀਕ ਹੈ ਜੀ। ਨੈਕਸਟ, ਹੇਠ ਲਿਖਿਆਂ ਵਿੱਚੋਂ ਅਸੀਂ ਕਿਸ ਨੂੰ ਪ੍ਰਮੇਯ ਸੰਖਿਆ ਦੇ ਰੂਪ ਵਿੱਚ ਦਰਸਾ ਸਕਦੇ ਹਾਂ? ਵਿਚ ਆਫ ਦਾ ਫੋਲੋਇੰਗ ਕੈਨ ਬੀ ਰੀਪ੍ਰਜੈਂਟ ਇਨ ਦਾ ਫਾਰਮ ਆਫ ਰੈਸ਼ਨਲ ਨੰਬਰ? ਪ੍ਰਕਿਰਤਿਕ ਸੰਖਿਆਵਾਂ ਨੂੰ ਵੀ ਦਰਸਾ ਸਕਦੇ ਹਾਂ 1/1 ਲਗਾ ਕੇ, ਪੂਰਨ ਸੰਖਿਆਵਾਂ ਨੂੰ ਵੀ 1/1 ਲਗਾ ਕੇ ਦਰਸਾ ਸਕਦੇ ਹਾਂ, ਸੰਪੂਰਨ ਸੰਖਿਆ, ਸਾਰੀਆਂ ਸੰਖਿਆਵਾਂ ਨੂੰ ਦਰਸਾ ਸਕਦੇ ਹਾਂ। ਠੀਕ ਹੈ ਬੇਟਾ, ਨੈਚੁਰਲ ਨੰਬਰਸ, ਹੋਲ ਨੰਬਰਸ, ਇੰਟੀਜਰ, ਆਲ ਆਫ ਦੀਜ਼ ਆਪਸ਼ਨ ਹੈ ਜਿਹੜੀ ਸਾਡੀ ਇਹਦੇ ਲਈ ਸਹੀ ਆ ਜੂ, ਕਿਉਂਕਿ ਸਾਰਿਆਂ ਥੱਲੇ ਅਸੀਂ 1 ਲਗਾ ਦਾਂਗੇ, ਉਹ p/q ਫਾਰਮ 'ਚ ਲਿਖਿਆ ਜਾਊਗਾ। ਜੇ ਅਸੀਂ p/q ਫਾਰਮ 'ਚ ਲਿਖਤਾ ਤਾਂ ਉਹ ਕਿਹੜੀ ਸੰਖਿਆ ਬਣ ਜਾਣੀ ਹੈ? ਰੈਸ਼ਨਲ ਨੰਬਰ, ਪ੍ਰਮੇਯ ਸੰਖਿਆਵਾਂ। ਪ੍ਰਮੇਯ ਸੰਖਿਆਵਾਂ ਦਾ ਦਸ਼ਮਲਵ ਵਿਸਥਾਰ ਕਿਹੋ ਜਿਹਾ ਹੁੰਦਾ? ਬਹੁਤ ਇੰਪੋਰਟੈਂਟ। ਦਾ ਡੈਸੀਮਲ ਰੀਪ੍ਰਜੈਂਟੇਸ਼ਨ ਆਫ ਰੈਸ਼ਨਲ ਨੰਬਰ। ਤਾਂ ਕਿਹੜਾ ਹੁੰਦਾ ਵੀ ਪ੍ਰਮੇਯ ਸੰਖਿਆਵਾਂ ਦਾ ਦਸ਼ਮਲਵ ਵਿਸਥਾਰ? 2 ਤਰ੍ਹਾਂ ਦਾ ਹੁੰਦਾ, ਸ਼ਾਂਤ ਹੁੰਦਾ ਅਤੇ ਅਸ਼ਾਂਤ ਆਵਰਤੀ ਹੁੰਦਾ, ਮਤਲਬ ਰਿਪੀਟ ਹੁੰਦਾ। ਜੇ ਪਹਿਲਾਂ ਤਾਂ ਇਹ ਆ ਵੀ ਸ਼ਾਂਤ ਹੀ ਹੋ ਜੇ, ਮਤਲਬ ਜਿਵੇਂ ਇਹ ਮੈਂ ਲਿਖ ਰਿਹਾ
ਇਹ 5 ਤੇ ਖਤਮ ਹੋ ਗਿਆ ਇਹਦਾ ਡੈਸੀਮਲ ਫਾਰਮ। ਜੇ ਅਸ਼ਾਂਤ ਹੈ, ਮੰਨ ਲਓ ਇਹ ਅਸ਼ਾਂਤ ਹੈ, ਤਾਂ ਇਹ ਅਸ਼ਾਂਤ ਤਾਂ ਹੈਗਾ, ਖਤਮ ਨਹੀਂ ਹੋ ਰਿਹਾ, ਪਰ ਇਹਦੇ ਵਿੱਚ ਰੈਪੀਟੇਸ਼ਨ ਹੋ ਰਹੀ ਆ, ਆਵਰਤੀ ਹੋ ਰਹੀ ਆ, 3 2 3 2 3 2 ਮਤਲਬ 32 32 32 ਬਾਰ ਆ ਰਿਹਾ। ਤਾਂ ਇਸ ਕੇਸ ਦੇ ਵਿੱਚ ਜਾਂ ਤਾਂ ਸ਼ਾਂਤ ਹੋਵੇ ਜਾਂ ਅਸ਼ਾਂਤ ਆਵਰਤੀ ਹੋਵੇ। ਜੇ ਇਹ ਡੈਸੀਮਲ ਹੈ ਮਤਲਬ ਟਰਮੀਨੇਟਿੰਗ ਹੋਵੇ, ਜਾਂ ਕੀ ਹੋਵੇ ਨੌਨ ਟਰਮੀਨੇਟਿੰਗ, ਠੀਕ ਹੈ, ਨੌਨ ਟਰਮੀਨੇਟਿੰਗ ਰੀਅਕਰਿੰਗ ਹੋਵੇ, ਠੀਕ ਹੈ, ਨੌਨ ਟਰਮੀਨੇਟਿੰਗ ਰੀਅਕਰਿੰਗ ਹੋਵੇ ਜਾਂ ਟਰਮੀਨੇਟਿੰਗ ਹੋਵੇ, ਸ਼ਾਂਤ ਹੋਵੇ ਜਾਂ ਅਸ਼ਾਂਤ ਆਵਰਤੀ ਹੋਵੇ, ਦੋਨੋਂ ਕੇਸਿਸ ਦੇ ਵਿੱਚ ਉਹ ਪ੍ਰਮੇਯ ਸੰਖਿਆਵਾਂ ਦਾ ਦਸ਼ਮਲਵ ਵਿਸਥਾਰ ਹੁੰਦਾ। ਜੇ ਆਪਾਂ ਨੂੰ ਅਪ੍ਰਮੇਯ ਸੰਖਿਆਵਾਂ ਦਾ ਪੁੱਛਣ ਫਿਰ ਅਸੀਂ ਕਿਹੜਾ ਬੋਲਾਂਗੇ, ਅਸ਼ਾਂਤ ਅਣਆਵਰਤੀ, ਠੀਕ ਹੈ, ਅਪ੍ਰਮੇਯ ਸੰਖਿਆਵਾਂ ਦਾ ਅਸ਼ਾਂਤ ਅਣਆਵਰਤੀ, ਅਸ਼ਾਂਤ ਅਣਆਵਰਤੀ ਅਪ੍ਰਮੇਯ ਸੰਖਿਆਵਾਂ ਦਾ, ਠੀਕ ਹੈ। ਨੌਨ ਟਰਮੀਨੇਟਿੰਗ ਨੌਨ ਰੀਅਕਰਿੰਗ, ਕਲੀਅਰ। ਪ੍ਰਮੇਯ ਸੰਖਿਆਵਾਂ ਦਾ ਸ਼ਾਂਤ ਤੇ ਅਸ਼ਾਂਤ ਆਵਰਤੀ, ਟਰਮੀਨੇਟਿੰਗ ਔਰ ਨੌਨ ਟਰਮੀਨੇਟਿੰਗ ਰੀਅਕਰਿੰਗ, ਸ਼ਾਂਤ ਤੇ ਅਸ਼ਾਂਤ ਆਵਰਤੀ। ਡੀ ਆਪਸ਼ਨ ਸਾਡੀ ਸੀ ਆਊਗੀ। P/Q ਫਾਰਮ ਆਫ 0.235 ਵਾਰ, ਇਸ ਦਾ P/Q ਫਾਰਮ ਇਹ ਅਸੀਂ ਮੈਥ ਦੇ ਵਿੱਚ ਕਰਦੇ ਹਾਂ, ਤਾਂ ਤੁਹਾਨੂੰ ਇਹ ਕਰਨਾ ਆਉਣਾ ਚਾਹੀਦਾ। ਇਹਦਾ ਜਿਹੜਾ P/Q ਫਾਰਮ ਬਣੂਗਾ ਸੋਲਵ ਕਰਕੇ ਆਪਣੇ ਕੋਲ ਬਣੂਗਾ 233/990, 233/990, ਠੀਕ ਹੈ। ਨੈਕਸਟ ਕੁਐਸਚਨ, ਹੇਠ ਦੀਆਂ ਸੰਖਿਆਵਾਂ ਵਿੱਚੋਂ ਕਿਹੜੀ ਸੰਖਿਆ ਇੱਕ ਅਪ੍ਰਮੇਯ ਸੰਖਿਆ ਹੈ ਫਰੋਮ ਦਾ ਗਿਵਨ ਨੰਬਰ ਵਿਚ ਇਜ਼ ਅ ਰੈਸ਼ਨਲ ਨੰਬਰ। ਤਾਂ ਪਹਿਲਾਂ ਅਸੀਂ ਸੋਲਵ ਕਰਦੇ ਹਾਂ, ਪਹਿਲਾਂ ਤਾਂ 3√23 - 23, 3 + ਵਰਗਮੂਲ 23 - ਵਰਗਮੂਲ 23, ਤਾਂ ਅਸੀਂ ਬਰੈਕਟ ਜਿਹੜੀ ਹਟਾਤੀ, ਵਰਗਮੂਲ 23 ਨਾਲ ਵਰਗਮੂਲ 23 ਕੈਂਸਲ, ਤਾਂ ਆਪਣੇ ਕੋਲ ਕੀ ਬਚ ਗਿਆ, ਇਕੱਲਾ 3 3 ਬਚ ਗਿਆ। ਤਾਂ 3 ਇੱਕ ਪ੍ਰਮੇਯ ਸੰਖਿਆ ਹੈ, ਰੈਸ਼ਨਲ ਨੰਬਰ ਹੈ, ਠੀਕ ਹੈ। ਤਾਂ ਇਹ ਤਾਂ ਨਹੀਂ ਆਊਗਾ, ਆਪਾਂ ਇਰੈਸ਼ਨਲ ਨੰਬਰ ਦੱਸਣਾ, ਇੱਥੇ ਗਲਤੀ ਲਿਖੀ ਹੋਈ ਹੈ ਬੇਟਾ, ਰੈਸ਼ਨਲ ਲਿਖਿਆ, ਆਪਾਂ ਕਿਹੜਾ ਦੱਸਣਾ, ਇਰੈਸ਼ਨਲ ਨੰਬਰ ਮਤਲਬ ਅਪ੍ਰਮੇਯ ਸੰਖਿਆ। ਤਾਂ ਇਹਦਾ ਪ੍ਰਮੇਯ ਹੈ, ਇਹ ਸਹੀ ਨਹੀਂ ਹੈ। ਅੱਗੇ 2 ਵਰਗਮੂਲ 5, ਇਹ ਕਿਹੜੀ ਹੈ ਵੀ, ਇਰੈਸ਼ਨਲ ਹੈ, ਠੀਕ ਹੈ। ਇਹੀ ਅਸੀਂ ਲੱਭਣਾ ਸੀ, ਇਰੈਸ਼ਨਲ ਮਤਲਬ ਇਹ ਇੱਕ ਅਪ੍ਰਮੇਯ ਸੰਖਿਆ ਹੈ। ਪ੍ਰਮੇਯ ਅਤੇ ਅਪ੍ਰਮੇਯ ਦੀ ਜਿਹੜੀ ਜੋੜ ਘਟਾ ਹੈ ਉਹ ਅਪ੍ਰਮੇਯ ਹੀ ਹੁੰਦਾ ਹੈ, ਮਤਲਬ ਇਰੈਸ਼ਨਲ ਹੀ ਹੁੰਦਾ। ਦਾ ਸਮ ਆਫ ਰੈਸ਼ਨਲ ਐਂਡ ਇਰੈਸ਼ਨਲ ਨੰਬਰ ਇਜ਼ ਇਰੈਸ਼ਨਲ। ਪ੍ਰਮੇਯ ਅਤੇ ਅਪ੍ਰਮੇਯ ਸੰਖਿਆਵਾਂ ਦਾ ਜੋੜ ਘਟਾ ਅਪ੍ਰਮੇਯ ਹੀ ਹੁੰਦਾ, ਠੀਕ ਹੈ। ਤਾਂ ਬੀ ਆਪਸ਼ਨ ਹੈ ਜਿਹੜੀ ਸਾਡੀ ਸਹੀ ਆ ਜੂਗੀ। 25 ਵਰਗਮੂਲ 25 ਨੂੰ ਅਸੀਂ 5 ਲਿਖ ਸਕਦੇ ਹਾਂ, ਤਾਂ ਉਹ ਵੀ ਪ੍ਰਮੇਯ ਬਣ ਜੂਗੀ, ਰੈਸ਼ਨਲ ਬਣ ਜੂ। ਆ 2 ਵਰਗਮੂਲ 7/7 ਵਰਗਮੂਲ 7, ਵਰਗਮੂਲ 7 ਨਾਲ ਵਰਗਮੂਲ 7 ਕੈਂਸਲ, 2/7 ਮਤਲਬ P/Q 'ਚ ਲਿਖਿਆ ਗਿਆ, ਮਤਲਬ ਇਹ ਵੀ ਕਿਹੜੀ ਬਣ ਜੂਗੀ, ਪ੍ਰਮੇਯ। ਤਾਂ ਕਿਹੜੀ ਆਪਸ਼ਨ ਸਾਡੀ ਸਹੀ ਆ ਜੂਗੀ, ਦੂਸਰੀ, 2 - √5, 2 - ਵਰਗਮੂਲ 5। ਆਪਾਂ ਹੁਣੀ ਕਰ ਚੁੱਕੇ 15ਵਾਂ ਕੁਐਸਚਨ। ਇੱਕ ਗੈਰ ਸਿਫਰ ਪ੍ਰਮੇਯ ਸੰਖਿਆ ਅਤੇ ਅਪ੍ਰਮੇਯ ਸੰਖਿਆਵਾਂ ਦਾ ਗੁਣਨਫਲ ਹੈ। The product of non-zero rational number with an irrational number is always irrational, ਹਮੇਸ਼ਾ ਅਪ੍ਰਮੇਯ, ਠੀਕ ਹੈ। ਕਿਸੇ ਵੀ ਗੈਰ ਸਿਫਰ ਪ੍ਰਮੇਯ ਸੰਖਿਆ ਅਤੇ ਅਪ੍ਰਮੇਯ ਸੰਖਿਆਵਾਂ ਦੀ ਜਿਹੜੀ ਗੁਣਾ ਹੈ, ਗੁਣਨਫਲ ਹੈ, ਠੀਕ ਹੈ, ਤਾਂ ਉਹ ਹਮੇਸ਼ਾ ਕੀ ਹੁੰਦਾ ਹੈ, ਅਪ੍ਰਮੇਯ ਹੁੰਦਾ। ਹੁਣ ਇੱਥੇ ਦੇਖੋ ਅਸੀਂ ਕੀਤਾ 2 ਦੀ ਗੁਣਾ ਕੀਤੀ, 2 ਇੱਕ ਪ੍ਰਮੇਯ ਸੰਖਿਆ ਹੈ, ਵਰਗਮੂਲ 3 ਇੱਕ ਅਪ੍ਰਮੇਯ, ਇਹਨਾਂ ਦੀ ਗੁਣਾ ਕੀਤੀ 2 ਵਰਗਮੂਲ 3 ਬਣ ਗਿਆ, 2√3 ਬਣ ਗਿਆ। 2√3 ਹੈ ਜਿਹੜਾ ਇਰੈਸ਼ਨਲ ਹੈ, ਮਤਲਬ ਅਪ੍ਰਮੇਯ ਹੈ, ਠੀਕ ਹੈ। ਪਰ ਜੇ ਸਾਨੂੰ ਇੱਥੇ ਸਿਫਰ ਲਿਖ ਦਿੰਦੇ, ਵੀ ਸਿਫਰ ਵੀ ਵਿੱਚ ਹੀ ਹੋਵੇ, ਮਤਲਬ ਇਹ ਨਾ ਲਿਖਦੇ ਗੈਰ ਸਿਫਰ, ਤਾਂ ਪ੍ਰਮੇਯ ਜਾਂ ਅਪ੍ਰਮੇਯ ਫਿਰ ਦੋਨੋਂ ਆਪਸ਼ਨ ਆਪਣੇ ਲਈ ਆ ਜਾਣੀ ਸੀ, ਠੀਕ ਹੈ। ਲਾਸਟ ਆਪਸ਼ਨ ਫਿਰ ਸਹੀ ਬਣਨੀ ਸੀ। ਨੈਕਸਟ, ਇੱਕ ਪ੍ਰਮੇਯ ਸੰਖਿਆ ਅਤੇ ਇੱਕ ਅਪ੍ਰਮੇਯ ਸੰਖਿਆਵਾਂ ਦਾ ਜੋੜ ਜਾਂ ਘਟਾ ਇੱਕ ਡੈਸ਼ ਹੁੰਦਾ ਹੈ। ਦ ਐਡੀਸ਼ਨ ਐਂਡ ਡਿਫਰੈਂਸ ਆਫ ਰੈਸ਼ਨਲ ਨੰਬਰ ਐਂਡ ਐਨ ਰੈਸ਼ਨਲ ਨੰਬਰ, ਠੀਕ ਹੈ। ਜੋੜ ਘਟਾ ਕਿਹਨਾਂ ਦਾ ਵੀ, ਐਡੀਸ਼ਨ ਅਤੇ ਡਿਫਰੈਂਸ ਰੈਸ਼ਨਲ ਅਤੇ ਇਰੈਸ਼ਨਲ ਦਾ, ਉਹ ਕੀ ਹੁੰਦਾ, ਹਮੇਸ਼ਾ ਅਪ੍ਰਮੇਯ। ਇਹ ਵੀ ਆਪਾਂ ਹੁਣੀ ਤੁਹਾਨੂੰ ਦੱਸਿਆ, ਆਲਵੇਜ਼ ਰੈਸ਼ਨਲ, ਮਤਲਬ ਅੱਜ ਮੈਂ ਆਪਾਂ ਪਹਿਲਾਂ ਵਾਲੀ ਐਗਜ਼ਾਮਪਲ 'ਚ ਕੀਤਾ ਸੀ, ਹਮੇਸ਼ਾ ਕੀ ਬਣਨਾ ਇਹਨੇ, ਇਰੈਸ਼ਨਲ ਬਣਨਾ, ਅਪ੍ਰਮੇਯ ਸੰਖਿਆ ਬਣਨਾ। ਬਹੁਤ ਇੰਪੋਰਟੈਂਟ ਹੈ। ਕਿਸੇ ਘਟਨਾ ਦੇ ਵਾਪਰਨ ਦੀ ਸੰਭਾਵਨਾ ਹੁੰਦੀ ਹੈ, ਵਟ ਇਜ਼ ਦਾ ਪ੍ਰੋਬੇਬਿਲਿਟੀ ਆਫ ਅਕਰੈਂਸ ਆਫ ਐਨ ਇਵੈਂਟ ਈ। ਜਿਹੜੇ ਕਿਸੇ ਇਵੈਂਟ ਈ ਦੀ ਸੰਭਾਵਨਾ ਹੁੰਦੀ ਹੈ
ਉਹ ਹਮੇਸ਼ਾ 0 ਤੋਂ ਵੱਡੀ 0 ਦੇ ਬਰਾਬਰ ਹੋ ਸਕਦੀ ਹੈ, 1 ਤੋਂ ਛੋਟੀ ਅਤੇ 1 ਦੇ ਬਰਾਬਰ ਹੋ ਸਕਦੀ ਹੈ। ਮਤਲਬ ਕਿਸੇ ਵੀ ਘਟਨਾ ਦੀ ਸੰਭਾਵਨਾ 0 ਅਤੇ 1 ਦੇ ਵਿਚਕਾਰ ਹੁੰਦੀ ਹੈ। 0 ਤੋਂ ਘੱਟ ਨਹੀਂ ਸਕਦੀ ਅਤੇ 1 ਤੋਂ ਵੱਧ ਨਹੀਂ ਸਕਦੀ। ਤਾਂ ਸਾਡੀ ਬੀ ਆਪਸ਼ਨ ਹੈ ਜਿਹੜੀ ਸਹੀ ਆ ਜੂਗੀ। ਕਿਸ ਵਾਸਤਵਿਕ ਸੰਖਿਆ ਦਾ ਮੁੱਲ 2 ਅਤੇ 2.5 ਦੇ ਵਿਚਕਾਰ ਹੈ? ਵਿਚ ਰੀਅਲ ਨੰਬਰ ਲਾਈਜ਼ ਬਿਟਵੀਨ 2 ਐਂਡ 2.5। ਠੀਕ ਹੈ, ਤਾਂ ਅਸੀਂ ਜੇ ਰੂਟ 11 ਨੂੰ ਦੇਖੀਏ, ਵਰਗਮੂਲ 11 ਨੂੰ ਦੇਖੀਏ ਤਾਂ ਇਹ 9 ਤੋਂ ਵੱਡਾ ਹੈ। ਵਰਗਮੂਲ 9 ਤੋਂ ਵੱਡਾ ਨਾ, ਵਰਗਮੂਲ 9 3 ਹੁੰਦਾ ਹੈ। ਤਾਂ ਜਦੋਂ ਵਰਗਮੂਲ 9 3 ਹੁੰਦਾ, ਇਹਨਾਂ ਦੇ ਵਿਚਕਾਰ ਨਹੀਂ ਆਉਂਦਾ, ਤਾਂ ਵਰਗਮੂਲ 11 ਕਿਵੇਂ ਆ ਸਕਦਾ? ਤਾਂ ਇਹ ਵੀ ਨਹੀਂ ਆਉਂਦਾ। ਇਹ ਵੀ ਨਹੀਂ ਆਉਂਦਾ ਵੀ ਵਰਗਮੂਲ 9 ਆਪਣੇ ਕੋਲ 3 ਹੁੰਦਾ, ਆ ਵੀ 3 ਨਾਲ ਮਲਟੀਪਲਾਈ ਹੋਊ ਹਜੇ। ਵਰਗਮੂਲ 9 3 ਹੁੰਦਾ, ਤੀਓ 9 ਹੋ ਜਾਣਗੇ, ਇਹ ਵੀ ਜ਼ਿਆਦਾ ਹੈ। ਇੱਥੇ ਫੇਰ ਵੀ ਇਹ 3 ਤੋਂ ਜ਼ਿਆਦਾ ਹੋ ਗਿਆ। ਠੀਕ ਹੈ, ਕਿਉਂਕਿ 3 ਤਾਂ ਇੱਥੇ ਆਲਰੇਡੀ ਹੈਗਾ ਹੀ ਆ, 3 ਤਾਂ ਹੈਗਾ ਹੀ ਹੈ। ਅੱਗੇ ਵਰਗਮੂਲ 7 ਦਾ ਵੀ ਕੋਈ ਨਾ ਕੋਈ ਵੈਲਿਊ ਹੋਊ, ਉਹਦੇ ਨਾਲ ਮਲਟੀਪਲਾਈ ਹੋਊ, ਤਾਂ ਇਹ ਵੀ 2 ਐਂਡ 2.5 ਦੇ ਵਿਚਕਾਰ ਨਹੀਂ ਆਏਗਾ। ਤਾਂ ਕਿਹੜੀ ਆਪਸ਼ਨ ਸਹੀ ਆਏਗੀ ਇਹਦੇ ਲਈ? ਬੀ ਆਪਸ਼ਨ, ਰੂਟ 5। ਠੀਕ ਹੈ, ਇਹ ਨੀਅਰ ਅਬਾਊਟ 2.3 ਸਮਥਿੰਗ ਹੁੰਦਾ, ਤਾਂ ਇਹ ਬਿਟਵੀਨ ਆ ਜਾਏਗਾ 2 ਐਂਡ 2.5, 2 ਅਤੇ 2.5 ਦੇ ਵਿਚਕਾਰ। ਨੈਕਸਟ, ਜੇਕਰ 547.527 ਡਿਵਾਈਡ ਬਾਈ 0.0082 ਬਰਾਬਰ x ਹੋਵੇ ਤਾਂ ਇਸ ਦਾ ਮੁੱਲ ਕਿੰਨਾ ਹੋਏਗਾ? ਠੀਕ ਹੈ, ਪਹਿਲਾਂ ਅਸੀਂ ਇਹਨੂੰ ਸੋਲਵ ਕਰ ਲੈਂਦੇ ਹਾਂ। ਇਹ ਆਪਣੇ ਕੋਲ ਦਿੱਤਾ 547 527, ਤਿੰਨ ਕਿੰਨੀਆਂ ਜੀਰੋਆਂ ਲੱਗਣੀਆਂ ਨੀਚੇ? 1000, 3 ਲੱਗਣੀਆਂ, ਉਹ ਮੈਂ ਲਾਤੀਆਂ ਪਹਿਲਾਂ। ਇੱਕ ਆਪਣੇ ਕੋਲ ਨੀਚੇ ਕੀ ਲਿਖਿਆ? 82, ਕਿੰਨੇ ਛੱਡ ਕੇ ਦਸ਼ਮਲਵ ਲੱਗਿਆ ਵੀ 4 ਛੱਡ ਕੇ, ਤਾਂ 4 ਜੀਰੋਆਂ ਆਪਾਂ ਲਾ ਦਿੰਦੇ ਹਾਂ ਉੱਪਰ, ਤਾਂ 3 ਜੀਰੋਆਂ ਇੱਧਰੋਂ ਕੈਂਸਲ ਹੋ ਜਾਣੀਆਂ, ਇੱਕ ਜੀਰੋ ਬਚ ਗਈ, ਤਾਂ ਇਹ ਬਣ ਗਿਆ 547 527 ਬਟਾ 82 ਗੁਣਾ 10 ਬਰਾਬਰ x ਦੇ। ਠੀਕ ਹੈ, ਤਾਂ ਆਹ ਚੀਜ਼ ਦੀ ਵੈਲਿਊ ਅਸੀਂ ਦੱਸਣੀ ਹੈ ਵੀ ਕਿੰਨੀ ਹੋਊਗੀ। ਠੀਕ ਹੈ, ਇਹਦਾ ਅਸੀਂ ਮੁੱਲ ਦੱਸਣਾ। ਦੇਖ ਲਓ ਡਾਇਗਰਾਮ ਦੇ ਵਿੱਚ, ਕੁਐਸਚਨ ਦੇ ਵਿੱਚ ਇਸ ਦਾ ਮੁੱਲ ਅਸੀਂ ਦੱਸਣਾ ਵੀ ਕਿੰਨਾ ਹੋਏਗਾ। ਤਾਂ ਇਹਦਾ ਮੁੱਲ ਕਿੰਨਾ ਹੋਊਗਾ? ਜਿਹੜਾ 10 ਇੱਧਰ ਗੁਣਾ 'ਚ ਉੱਧਰ ਜਾ ਕੇ ਕੀ ਹੋ ਜਾਊਗਾ? ਡਿਵਾਈਡ 'ਚ, ਮਤਲਬ ਇਹ ਕੀ ਬਚ ਜੂਗੀ? x/10। ਇਸ ਦਾ ਮੁੱਲ ਕਿੰਨਾ ਹੋ ਜਾਣਾ? x ਬਟਾ 10, ਕਿਉਂਕਿ ਇੱਧਰ ਇਹ ਗੁਣਾ 'ਚ ਹੈ। ਸਮੀਕਰਨ ਦੇ ਵਿੱਚ ਅਸੀਂ ਇਕੁਏਸ਼ਨ ਸੋਲਵ ਕਰਦੇ ਹਾਂ ਉਦੋਂ ਕੀ ਕਰਦੇ ਹਾਂ ਵੀ ਜਿਹੜਾ ਗੁਣਾ 'ਚ ਉਹ ਭਾਗ 'ਚ ਹੋ ਜਾਂਦਾ ਪਰਲੇ ਪਾਸੇ ਜਾ ਕੇ, ਤਾਂ ਉਹ ਕਿੰਨਾ ਹੋ ਜਾਏਗਾ? x ਬਟਾ 10। ਤਾਂ ਪਹਿਲੀ ਆਪਸ਼ਨ ਸਾਡੀ ਸਹੀ ਆ ਜੂਗੀ x/10। ਬਹੁਤ ਸਿੰਪਲ ਆ ਅਤੇ ਬਹੁਤ ਇੰਪੋਰਟੈਂਟ ਹੈ। ਮੂਲ ਬਿੰਦੂ ਦੇ ਨਿਰਦੇਸ਼ਾਂਕ ਕੀ ਹੁੰਦੇ ਹਨ? ਵਾਟ ਆਰ ਦਾ ਕੋਆਰਡੀਨੇਟਸ ਆਫ ਓਰੀਜਨ? ਤਾਂ ਬਹੁਤ ਸਿੰਪਲ ਆ ਵੀ, ਕੀ ਹੁੰਦੇ ਨੇ? 0 0, x ਵੀ 0 ਅਤੇ y ਵੀ 0। ਕੋਈ ਵੀ ਬਿੰਦੂ ਅਸੀਂ ਨਿਰਦੇਸ਼ਾਂਕ ਜਮੈਟਰੀ 'ਚ ਲੈਂਦੇ ਹਾਂ, ਕੋਆਰਡੀਨੇਟ ਜਮੈਟਰੀ 'ਚ ਲੈਂਦੇ ਹਾਂ, ਉਹ XY ਟਾਈਪ ਦਾ ਹੁੰਦਾ। ਇਸ ਕੇਸ ਦੇ ਵਿੱਚ x ਵੀ 0 ਅਤੇ y ਵੀ 0। ਨੈਕਸਟ ਕੁਐਸਚਨ 21, ਉਹ ਬਿੰਦੂ ਕਿੱਥੇ ਸਥਿਤ ਹੁੰਦਾ ਹੈ ਜਿਸ ਦੇ ਦੋਵੇਂ ਨਿਰਦੇਸ਼ਾਂਕ ਰਿਣਾਤਮਕ ਹੁੰਦੇ ਹਨ? ਵਾਟ ਇਜ਼ ਦਾ ਪੋਜੀਸ਼ਨ ਆਫ ਅ ਪੁਆਇੰਟ ਹੂਜ਼ ਬੋਥ ਕੋਆਰਡੀਨੇਟਸ ਹੈਵਿੰਗ ਨੈਗੇਟਿਵ ਸਾਈਨ? ਕਿਹੜੇ ਕੁਆਡਰੈਂਟ ਦੇ ਵਿੱਚ ਆਏਗਾ, ਕਿਹੜੇ ਚੌਥਾਈ ਦੇ ਵਿੱਚ ਆਏਗਾ ਜਾਂ ਧੁਰੇ ਦੇ ਵਿੱਚ ਆਏਗਾ, ਤਾਂ ਉਹ ਅਸੀਂ ਦੱਸਣਾ। ਤਾਂ ਤੁਸੀਂ ਕੋਆਰਡੀਨੇਟ ਜਮੈਟਰੀ ਪੜ੍ਹਦੇ ਹੋ ਬੇਟਾ, ਨਿਰਦੇਸ਼ਾਂਕ ਜਮੈਟਰੀ। ਇੱਧਰਲੇ ਪਾਸੇ ਐਕਸ ਆ ਜਿਹੜਾ ਉਹ ਪੋਜ਼ੀਟਿਵ ਆਉਂਦਾ, ਇੱਧਰਲੇ ਪਾਸੇ ਨੈਗੇਟਿਵ ਆਉਂਦਾ। ਇੱਧਰਲੇ ਪਾਸੇ ਜੇ ਅਸੀਂ ਦੇਖੀਏ ਤਾਂ ਵਾਈ ਆ ਜਿਹੜਾ ਪੋਜ਼ੀਟਿਵ ਆਉਂਦਾ। ਠੀਕ ਹੈ, ਇੱਧਰ ਵਾਈ ਨੈਗੇਟਿਵ ਆਉਂਦਾ ਨੀਚੇ ਨੂੰ। ਤਾਂ ਤੁਸੀਂ ਦੇਖੋ ਜੀ ਕਿਸ ਦੇ ਵਿੱਚ ਐਕਸ ਅਤੇ ਵਾਈ ਆ ਜਿਹੜੇ ਉਹ ਦੋਨੋਂ ਨੈਗੇਟਿਵ ਆਉਣਗੇ। ਕਿਹੜੀ ਦੇ ਵਿੱਚ? ਆ ਹੈਗੀ ਆ ਪਹਿਲੀ ਚੌਥਾਈ, ਇਹ ਹੈਗੀ ਆ ਦੂਸਰੀ, ਇਹ ਹੈਗੀ ਆ ਤੀਸਰੀ, ਇਹ ਹੈਗੀ ਆ ਚੌਥੀ। ਫਸਟ ਕੁਆਡਰੈਂਟ, ਸੈਕਿੰਡ, ਥਰਡ ਐਂਡ ਫੋਰਥ। ਤਾਂ ਤੁਸੀਂ ਦੇਖੋ ਵੀ ਥਰਡ ਦੇ ਵਿੱਚ ਐਕਸ ਵੀ ਨੈਗੇਟਿਵ ਹੈ ਇੱਧਰਲੇ ਪਾਸੇ ਅਤੇ ਵਾਈ ਵੀ ਨੈਗੇਟਿਵ ਹੈ। ਮਤਲਬ ਇਸ ਕੇਸ ਦੇ ਵਿੱਚ ਐਕਸ ਅਤੇ ਵਾਈ ਦੋਨੋਂ ਨੈਗੇਟਿਵ ਹਨ। ਤਾਂ ਕਿਹੜਾ ਹੋ ਗਿਆ ਵੀ ਇਹ? ਥਰਡ ਕੁਆਡਰੈਂਟ, ਤੀਸਰੀ ਚੌਥਾਈ, ਬੀ ਆਪਸ਼ਨ। ਨੈਕਸਟ ਕੁਐਸਚਨ 22, ਮੂਲ ਬਿੰਦੂ ਸਥਿਤ ਹੁੰਦਾ ਹੈ ਪਹਿਲੀ ਚੌਥਾਈ 'ਤੇ ਸਿਰਫ ਐਕਸ ਧੁਰੇ 'ਤੇ, ਵਾਈ ਧੁਰੇ 'ਤੇ, ਐਕਸ ਅਤੇ ਵਾਈ ਦੋਨਾਂ ਧੁਰਿਆਂ 'ਤੇ। ਓਰੀਜਨ ਲਾਈ ਕਰਦਾ ਫਸਟ ਕੁਆਡਰੈਂਟ ਔਨ ਐਕਸ ਐਕਸਿਸ ਓਨਲੀ, ਵਾਈ ਐਕਸਿਸ ਓਨਲੀ, ਬੋਥ ਐਕਸ ਐਂਡ ਵਾਈ। ਤਾਂ ਬੜਾ ਸਿੰਪਲ ਹੈ ਵੀ ਜਿੱਥੇ ਐਕਸ ਅਤੇ ਵਾਈ ਦੋਨੋਂ ਕੱਟਦੇ ਨੇ ਉਹ ਕਿਹੜਾ ਬਿੰਦੂ ਹੁੰਦਾ ਸਾਡਾ? ਉਹ ਓਰੀਜਨ ਲਿਖਦੇ ਹਾਂ ਇਹਨੂੰ ਅਸੀਂ। ਇਹ ਕਿਹੜਾ ਬਿੰਦੂ ਹੈ? ਮੂਲ ਬਿੰਦੂ, ਜਾਂ ਇਹਨੂੰ ਅਸੀਂ ਕੀ ਬੋਲਦੇ ਹਾਂ? ਓਰੀਜਨ। ਤਾਂ ਇਹ ਕਿਹੜੇ ਧੁਰੇ 'ਤੇ ਆ ਵੀ? ਐਕਸ 'ਤੇ ਵੀ ਹੈ ਅਤੇ ਵਾਈ 'ਤੇ ਵੀ ਹੈ, ਦੋਨੋਂ ਧੁਰਿਆਂ 'ਤੇ ਹੈ। ਐਕਸ ਐਕਸਿਸ 'ਤੇ ਵੀ ਹੈ ਅਤੇ ਵਾਈ ਐਕਸਿਸ 'ਤੇ ਵੀ ਹੈ। ਤਾਂ ਕਿਹੜੀ ਆਪਸ਼ਨ ਸਹੀ ਆ ਜੂ ਸਾਡੀ? ਲਾ, ਡੀ ਆਪਸ਼ਨ।
ਦੋਨੋਂ ਧੁਰਿਆਂ 'ਤੇ। ਐਕਸ ਧੁਰੇ 'ਤੇ ਸਥਿਤ ਕਿਸੇ ਬਿੰਦੂ ਦੇ ਨਿਰਦੇਸ਼ਾਂਕ ਕੀ ਹੁੰਦੇ ਹਨ? ਵਾਟ ਆਰ ਦਾ ਕੋਆਰਡੀਨੇਟਸ ਆਫ ਐਨੀ ਪੁਆਇੰਟ ਲਾਈ ਔਨ ਦਾ ਐਕਸ ਐਕਸਿਸ। ਤਾਂ ਅਸੀਂ ਐਕਸ ਐਕਸਿਸ 'ਤੇ ਅਗਰ ਕੋਈ ਪੁਆਇੰਟ ਲੈਣਾ ਹੋਵੇ ਤਾਂ ਉਹ ਅਸੀਂ ਕਿਸ ਪ੍ਰਕਾਰ ਦਾ ਲਵਾਂਗੇ? ਇੱਥੇ 1 ਹੈ, ਇੱਥੇ 2, ਇੱਥੇ 3, ਇੱਥੇ 4, ਇੱਥੇ 5, ਠੀਕ ਹੈ, ਇੱਥੇ 1 2 3 4 5। ਤਾਂ ਇਹਨਾਂ ਦੇ ਅਸੀਂ ਨਿਰਦੇਸ਼ਾਂਕ ਲਿਖੀਏ 1 0 ਆ ਜਾਏਗਾ, ਅਗਲਾ 2 0 ਆ ਜਾਏਗਾ, ਠੀਕ ਹੈ। ਨੈਕਸਟ ਆ ਜਿਹੜਾ ਉਹ 3 0 ਆ ਜਾਏਗਾ, ਇਹ ਪੁਆਇੰਟ 3 0 ਐਕਸ 3 ਐਕਸ ਇਹਦੇ 3 ਵਾਈ 0 ਆ 4 0 ਆ ਜਾਏਗਾ ਬਿੰਦੂ, ਅਤੇ ਇਹ ਕਿਹੜਾ ਆ ਜਾਏਗਾ 5 0। ਤੁਸੀਂ ਸਾਰੇ ਬਿੰਦੂਆਂ ਦੇ ਨਿਰਦੇਸ਼ਾਂਕ ਦੇਖੋ ਸਾਰਿਆਂ ਦੇ ਕੋਆਰਡੀਨੇਟਸ ਦੇਖੋ। ਜਿਵੇਂ ਫਸਟ ਆ 1 0 2 0 3 0 4 0 5 0, ਮਤਲਬ ਐਕਸ ਵਾਲਾ ਪੁਆਇੰਟ ਹੈ ਪਰ ਵਾਈ ਵਾਲਾ ਪੁਆਇੰਟ 0। ਐਕਸ ਧੁਰੇ 'ਤੇ ਵਾਈ ਕੀ ਹੁੰਦੀ ਹੈ? 0 ਹੁੰਦੀ ਹੈ। ਸਾਡਾ ਜਿਹੜਾ ਬਿੰਦੂ ਬਣੂਗਾ ਉਹ ਕੀ ਬਣੂਗਾ? ਐਕਸ 0, ਠੀਕ ਹੈ। ਅਗਰ ਸਾਨੂੰ ਵਾਈ ਧੁਰੇ 'ਤੇ ਪੁੱਛਣ ਤਾਂ ਉਸ ਕੇਸ ਦੇ ਵਿੱਚ ਸਾਡੇ ਕੋਲ ਐਕਸ 0 ਹੁੰਦਾ, ਤਾਂ ਅਸੀਂ ਉਸ ਨੂੰ ਲਿਖਦੇ ਹਾਂ 0 ਵਾਈ। ਅਗਰ ਸਾਨੂੰ ਵਾਈ ਐਕਸਿਸ 'ਤੇ ਕੋਈ ਬਿੰਦੂ ਪੁੱਛਦੇ ਨੇ ਤਾਂ ਉਹ 0 ਵਾਈ ਲਿਖਾਂਗੇ, ਵਾਈ ਧੁਰੇ 'ਤੇ 0 ਵਾਈ, ਐਕਸ ਧੁਰੇ 'ਤੇ ਐਕਸ 0, ਮਤਲਬ ਵਾਈ ਵਾਲਾ ਬਿੰਦੂ 0। ਐਕਸ ਧੁਰੇ 'ਤੇ ਵਾਈ 0 ਹੁੰਦਾ, ਵਾਈ ਧੁਰੇ 'ਤੇ ਐਕਸ 0 ਹੁੰਦਾ, ਠੀਕ ਹੈ। ਔਨ ਐਕਸ ਐਕਸਿਸ ਦਾ ਕੋਆਰਡੀਨੇਟ ਆਫ ਵਾਈ ਇਜ਼ 0, ਠੀਕ ਹੈ। ਔਨ ਵਾਈ ਐਕਸਿਸ ਕੋਆਰਡੀਨੇਟ ਆਫ ਐਕਸ ਇਜ਼ 0, ਠੀਕ ਹੈ। ਤਾਂ ਐਕਸ ਧੁਰੇ 'ਤੇ ਕਿਸੇ ਬਿੰਦੂ ਦੇ ਨਿਰਦੇਸ਼ਾਂਕ ਕੀ ਹੁੰਦੇ ਨੇ? ਐਕਸ 0। ਕੋਆਰਡੀਨੇਟਸ ਆਫ ਐਨੀ ਪੁਆਇੰਟ ਲਾਈਜ਼ ਔਨ ਐਕਸ ਐਕਸਿਸ ਇਜ਼ ਐਕਸ 0। ਮੋਸਟ ਇੰਪੋਰਟੈਂਟ। ਲੇਟਵੀਆਂ ਅਤੇ ਖੜਵੀਆਂ ਰੇਖਾਵਾਂ ਤੋਂ ਬਣੇ ਸਮਤਲ ਦੇ ਹਰੇਕ ਭਾਗ ਦਾ ਨਾਮ ਕੀ ਹੈ? ਵਾਟ ਇਜ਼ ਦਾ ਨੇਮ ਆਫ ਆਲ ਪਾਰਟਸ ਮੇਡ ਬਾਈ ਹੌਰੀਜ਼ੋਨਟਲ ਐਂਡ ਵਰਟੀਕਲ ਲਾਈਨ। ਜਿਹੜੇ ਹੌਰੀਜ਼ੋਨਟਲ ਵਰਟੀਕਲ ਲਾਈਨ ਵਾਲੇ ਪਾਰਟ ਬਣੇ ਨੇ, ਜਿਵੇਂ ਆਹ ਬਣਿਆ 1 1 2 3 4, ਇਹ ਚਾਰੇ ਪਾਰਟ ਜਿਹੜੇ ਆਪਣੇ ਕੋਲ ਬਣੇ ਨੇ ਇਹਨਾਂ ਨੂੰ ਅਸੀਂ ਕੀ ਆਖਦੇ ਹਾਂ ਬੇਟਾ? ਚੌਥਾਈਆਂ। ਕੀ ਆਖਦੇ ਹਾਂ ਇਹਨਾਂ ਨੂੰ ਅਸੀਂ? ਚੌਥਾਈ, ਠੀਕ ਹੈ। ਐਕਸ ਤੇ ਵਾਈ ਧੁਰੇ ਦੇ ਕੱਟਣ ਨਾਲ ਜਿਹੜੇ ਪਾਰਟ ਬਣ ਗਏ ਚਾਰੋਂ, ਇਹਨਾਂ ਨੂੰ ਅਸੀਂ ਕੀ ਆਖਦੇ ਹਾਂ? ਚੌਥਾਈ। ਇੰਗਲਿਸ਼ ਦੇ ਵਿੱਚ ਕੀ ਆਖਦੇ ਹਾਂ ਬੇਟਾ? ਕੁਆਡਰੈਂਟਸ, ਠੀਕ ਹੈ। 4 ਕੁਆਡਰੈਂਟਸ ਬਣ ਗਏ, 4 ਚੌਥਾਈਆਂ ਬਣ ਗਈਆਂ, ਠੀਕ ਹੈ। ਤਾਂ ਇਹ ਕੀ ਬਣ ਗਿਆ? ਚੌਥਾਈ ਕੁਆਡਰੈਂਟ। ਨੈਕਸਟ ਕੁਐਸਚਨ ਆਪਾਂ ਹੁਣੀ ਡਿਸਕਸ ਕਰਕੇ ਹਟੇ ਹਾਂ। ਵਾਈ ਧੁਰੇ 'ਤੇ ਸਥਿਤ ਕਿਸੇ ਬਿੰਦੂ ਦੇ ਨਿਰਦੇਸ਼ਾਂਕ ਕੀ ਹੁੰਦੇ ਨੇ? 0 ਵਾਈ। ਜੇ ਵਾਈ ਧੁਰੇ 'ਤੇ ਪੁੱਛ ਲਿਆ ਉਹਦੇ ਲਈ ਐਕਸ ਹੈ ਜਿਹੜੀ ਉਹ 0 ਹੁੰਦੀ ਹੈ, ਵਾਈ ਦਾ ਬਿੰਦੂ ਕੋਈ ਵੀ ਹੋ ਸਕਦਾ। ਜੇ ਐਕਸ ਧੁਰੇ 'ਤੇ ਪੁੱਛ ਲਿਆ ਉਸ ਲਈ ਵਾਈ 0 ਹੁੰਦੀ ਹੈ, ਵਾਈ ਦਾ ਬਿੰਦੂ ਐਕਸ ਦਾ ਬਿੰਦੂ ਕੋਈ ਵੀ ਹੋ ਸਕਦਾ, ਠੀਕ ਹੈ। ਨੈਕਸਟ ਕੁਐਸਚਨ, ਇੱਕ ਬਿੰਦੂ ਦੇ ਦੁਆਲੇ ਬਣੇ ਕੋਣਾਂ ਦਾ ਜੋੜ ਕਿੰਨਾ ਹੁੰਦਾ? ਦਾ ਸਮ ਆਫ ਐਂਗਲਸ ਅਰਾਊਂਡ ਆ ਪੁਆਇੰਟ ਇੱਥੇ ਮੈਂ ਪੁਆਇੰਟ ਲੈ ਲਿਆ, ਇਸ ਦੇ ਜਿਹੜਾ ਅਰਾਊਂਡ ਐਂਗਲ ਬਣੇਗਾ, ਠੀਕ ਹੈ, ਇਹ ਪੁਆਇੰਟ ਆਪਣਾ, ਇਹਦੇ ਅਰਾਊਂਡ ਜਿਹੜਾ ਐਂਗਲ ਬਣੇਗਾ, ਇਹ ਬਣ ਗਿਆ ਐਂਗਲ ਇਹਦੇ ਅਰਾਊਂਡ, ਕੋਣ ਬਣ ਗਿਆ ਇਸ ਦੇ ਅਰਾਊਂਡ, ਤਾਂ ਉਸ ਦੇ ਜਿਹੜਾ ਕੋਣਾਂ ਦਾ ਜੋੜ ਬਣੇਗਾ ਉਹ ਕਿੰਨਾ ਬਣੇਗਾ? 360, 360 ਡਿਗਰੀ, ਠੀਕ ਹੈ। ਇੱਕ ਬਿੰਦੂ ਦੇ ਦੁਆਲੇ ਜਿੱਡਾ ਵੀ ਕੋਣ ਬਣੇਗਾ ਉਹ ਕਿੰਨਾ ਬਣੇਗਾ? 360 ਡਿਗਰੀ, 360 ਡਿਗਰੀ। ਨੈਕਸਟ ਕੁਐਸਚਨ ਸਾਡਾ, ਜੇ ਦੋ ਰੇਖਾਵਾਂ ਦੇ ਜੋੜੇ ਨੂੰ ਇੱਕ ਕਾਟਵੀਂ ਰੇਖਾ ਕੱਟੇ ਤਾਂ ਕਿੰਨੇ ਕੋਣ ਬਣਦੇ ਹਨ? ਹਾਊ ਮੈਨੀ ਐਂਗਲਸ ਆਰ ਫਾਰਮਡ ਵੈਨ ਆ ਟਰਾਂਸਵਰਸਲ ਇੰਟਰਸੈਕਟ ਟੂ ਪੈਰਲਲ ਲਾਈਨਸ। ਤਾਂ ਅਸੀਂ ਦੇਖ ਲੈਂਦੇ ਹਾਂ, ਜੇ ਦੋ ਸਮਾਂਤਰ ਰੇਖਾਵਾਂ ਨੂੰ ਇੱਕ ਰੇਖਾ ਕੱਟਦੀ ਹੈ, ਠੀਕ ਹੈ, ਇੱਕ ਕਾਟਵੀਂ ਰੇਖਾ ਟਰਾਂਸਵਰਸਲ ਇੰਟਰਸੈਕਟ ਕਰਦੀ ਹੈ ਟੂ ਪੈਰਲਲ ਲਾਈਨਸ, ਤਾਂ ਕਿੰਨੇ ਐਂਗਲ ਬਣਦੇ ਨੇ ਉਹ ਅਸੀਂ ਦੇਖ ਰਹੇ ਹਾਂ। ਤਾਂ 1 2 3 4 5 6 7 8, 1 2 3 4 5 6 7 8, ਕਿੰਨੇ ਕੋਣ ਬਣ ਗਏ ਵੀ ਗਿਣਤੀ ਦੇ ਵਿੱਚ? 8। 8 ਐਂਗਲਸ ਆਰ ਫਾਰਮਡ। ਕਿੰਨੇ ਕੋਣ ਬਣਦੇ ਹਨ? 8। ਦੋ ਕਾਟਵੀਆਂ ਰੇਖਾਵਾਂ ਦੁਆਰਾ ਬਣੇ ਡੈਸ਼ ਕੋਣ ਬਰਾਬਰ ਹੁੰਦੇ ਹਨ। ਪਹਿਲਾਂ ਤਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਵੀ ਕਾਟਵੀਆਂ ਰੇਖਾਵਾਂ ਦੁਆਰਾ ਕਿਹੜੇ ਕੋਣ ਬਣਦੇ ਨੇ। ਇੱਕ ਰੇਖਾ ਮੈਂ ਇਹ ਲੈ ਲਈ, ਦੂਸਰੀ ਇਹ ਲੈ ਲਈ, ਇਹ ਕਾਟਵੀਆਂ ਰੇਖਾਵਾਂ ਬਣ ਗਈਆਂ। ਇਹਨਾਂ ਦੁਆਰਾ ਜਿਹੜੇ ਆਹ ਕੋਣ ਬਣ ਗਏ, ਕੋਣ 1 ਅਤੇ ਕੋਣ 2, ਜਾਂ ਅਸੀਂ ਕਹਿ ਲਈਏ ਕੋਣ 3 ਅਤੇ ਕੋਣ 4, ਇਹ ਕਿਹੜੇ ਕੋਣ ਬਣ ਗਏ ਬੇਟਾ? ਇਹ ਆਪਸ ਵਿੱਚ ਬਰਾਬਰ ਹੁੰਦੇ ਨੇ। ਕਿਹੜੇ ਕੋਣ ਆ ਇਹ? ਸਿਖਰ ਸਨਮੁਖ ਕੋਣ, ਵਰਟੀਕਲੀ ਓਪੋਜਿਟ ਐਂਗਲਸ। ਵੈਨ ਟੂ ਲਾਈਨਸ ਇੰਟਰਸੈਕਟ ਐਟ ਅ ਪੁਆਇੰਟ then vertically opposite angles are equal। ਸਿਖਰ ਸਨਮੁਖ ਕੋਣ ਬਰਾਬਰ ਹੁੰਦੇ ਹਨ। ਬੀ ਆਪਸ਼ਨ ਸਾਡੀ ਸਹੀ ਆ ਜੂਗੀ। ਨੈਕਸਟ ਕੁਐਸਚਨ, ਜੇਕਰ ਕੋਈ ਕਿਰਨ ਕਿਸੇ ਰੇਖਾ 'ਤੇ ਖੜੀ ਹੈ
ਤਾਂ ਲਾਗਵੇਂ ਕੋਣਾਂ ਦਾ ਜੋੜ ਕੀ ਹੁੰਦਾ। ਇਫ ਆ ਰੇ ਸਟੈਂਡ ਔਨ ਅ ਲਾਈਨ ਦੈਨ ਵਾਟ ਇਜ਼ ਦਾ ਸਮ ਆਫ ਇਟਸ ਐਡਜਸੈਂਟ ਐਂਗਲਸ। ਤਾਂ ਦੇਖੋ ਆਪਾਂ ਇੱਕ ਰੇਖਾ ਬਣਾ ਲਈ, ਇਹਦੇ ਇੱਕ ਕਿਰਨ ਖੜੀ ਕਰਤੀ ਅਸੀਂ, ਤਾਂ ਜਿਹੜੇ ਆਹ ਕੋਣ ਬਣ ਗਏ ਇਹਨਾਂ ਕੋਣਾਂ ਦਾ ਜੋੜ ਆਪਾਂ ਨੂੰ ਪੁੱਛ ਰਹੇ ਨੇ ਵੀ ਕਿੰਨਾ ਹੋਊਗਾ। ਇਹ ਐਡਜਸੈਂਟ ਐਂਗਲਸ ਨੇ, ਲਾਗਵੇਂ ਕੋਣ ਨੇ। ਤਾਂ ਇਹ ਕੀ ਬਣਦਾ ਵੀ ਇੱਕ ਲੀਨੀਅਰ ਪੇਅਰ ਬਣ ਗਿਆ, ਮਤਲਬ ਰੇਖੀ ਜੋੜਾ ਬਣ ਗਿਆ। ਰੇਖੀ ਜੋੜੇ ਦੇ ਵਿੱਚ ਜਿਹੜੇ ਕੁੱਲ ਕੋਣ ਹੁੰਦੇ ਨੇ, ਜੇ ਅਸੀਂ ਇਹਨੂੰ A ਅਤੇ B ਲੈ ਲਈਏ ਤਾਂ ਇਹਨਾਂ ਦਾ ਜੋੜ ਕਿੰਨਾ ਹੁੰਦਾ ਰੇਖੀ ਜੋੜੇ ਦੇ ਵਿੱਚ 180 ਡਿਗਰੀ। ਠੀਕ ਹੈ, ਜਿਹੜੇ ਐਂਗਲ ਬਣ ਗਏ ਇਹ ਲੀਨੀਅਰ ਪੇਅਰ ਬਣਾਉਂਦੇ ਨੇ। ਲੀਨੀਅਰ ਪੇਅਰ ਦੇ ਵਿੱਚ ਐਂਗਲ ਆ ਜਿਹੜੇ ਉਹਨਾਂ ਦਾ ਸਮ ਕਿੰਨਾ ਹੁੰਦਾ 180 ਡਿਗਰੀ ਹੁੰਦਾ, ਉਹਨਾਂ ਦਾ ਜੋੜ ਕਿੰਨਾ ਹੁੰਦਾ 180 ਡਿਗਰੀ। ਤਾਂ ਕਿੰਨਾ ਆ ਜਾਏਗਾ 180 ਡਿਗਰੀ। ਰਿਫਲੈਕਸ ਕੋਣ ਦਾ ਮਾਪ, ਦਾ ਮੇਜਰ ਆਫ ਰਿਫਲੈਕਸ ਐਂਗਲ। ਤਾਂ ਰਿਫਲੈਕਸ ਐਂਗਲ ਉਹ ਹੁੰਦਾ ਜਿਹੜਾ 180 ਡਿਗਰੀ ਤੋਂ ਵੱਡਾ ਹੋਵੇ 360 ਤੋਂ ਛੋਟਾ ਹੋਵੇ। 180 ਅਤੇ 360 ਦੇ ਵਿਚਕਾਰ, ਬਿਟਵੀਨ 180 ਐਂਡ 360 ਡਿਗਰੀ। ਠੀਕ ਹੈ, ਬਾਕੀ ਕੋਣਾਂ ਬਾਰੇ ਤੁਹਾਨੂੰ ਪਤਾ ਹੀ ਹੈ। ਠੀਕ ਹੈ ਬੇਟਾ, ਇਹ ਸੀਗਾ ਸਾਡੇ ਬਹੁਤ ਮਹੱਤਵਪੂਰਨ ਪ੍ਰਸ਼ਨ ਗਣਿਤ ਵਿਸ਼ੇ ਦੇ 9ਵੀਂ ਲਈ। ਨੈਕਸਟ ਪਾਰਟ ਆਪਾਂ ਆਪਣਾ ਅਗਲੀ ਵੀਡੀਓ 'ਚ ਡਿਸਕਸ ਕਰਾਂਗੇ। ਨੈਕਸਟ ਕੁਐਸਚਨ 30 ਤੋਂ ਅੱਗੇ। ਥੈਂਕ ਯੂ।